हाँ जी, ਵੈਲਕਮ ਹੈ ਤੁਹਾਡੇ ਆਪਣੇ YouTube ਚੈਨਲ ਪੰਜਾਬ ਜੋਬ ਟਾਰਗੇਟ 'ਤੇ। ਸੋ ਕੱਲ੍ਹ ਆਪਾਂ ਮਹਾਰਾਜਾ ਰਣਜੀਤ ਸਿੰਘ ਟੋਪਿਕ ਕਲੀਅਰ ਕਰਿਆ ਸੀ। ਉਸ ਤੋਂ ਬਾਅਦ ਲਾਸਟ 'ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹਨਾਂ ਦਾ ਜਿਹੜਾ 40 ਸਾਲਾਂ ਦਾ ਸ਼ਾਸਨ ਸੀਗਾ, ਉਹ ਆਉਣ ਵਾਲੇ ਉਹਨਾਂ ਦੇ ਵੰਸ਼ਜ ਨੇ 10 ਸਾਲਾਂ ਦੇ ਅੰਦਰ ਅੰਦਰ ਹੀ ਕੀ ਕਰਤਾ ਸੀਗਾ, ਖ਼ਤਮ ਕਰ ਦਿੱਤਾ ਸੀਗਾ। ਠੀਕ ਆ, ਉਹ ਮਹਾਰਾਜਾ ਰਣਜੀਤ ਸਿੰਘ ਦੇ ਮੌਤ ਤੋਂ ਬਾਅਦ ਦੇ ਜੋ ਸੀਨ ਹੋਏ ਆ ਹੈ ਨਾ, ਜਿਹੜੇ ਆਪਣੇ 2 ਐਂਗਲੋ ਸਿੱਖ ਯੁੱਧ ਹੋਏ ਸੀਗੇ ਮੇਨਲੀ, ਠੀਕ ਹੈ, ਮਹਾਰਾਜਾ ਦਲੀਪ ਸਿੰਘ ਦੇ ਰਾਜ ਵਿੱਚ, ਉਹ ਜਾਣਾਂਗੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ। ਠੀਕ ਹੈ, ਜਿਹੜੇ ਆਪਣੇ 2 ਮੇਨ ਐਂਗਲੋ ਸਿੱਖ ਯੁੱਧ ਨੇ ਉਹਨਾਂ ਬਾਰੇ ਜਾਣਾਂਗੇ ਅੱਜ ਦੀ ਵੀਡੀਓ 'ਚ। ਮੈਂ ਤੁਹਾਨੂੰ ਪਹਿਲੇ ਐਂਗਲੋ ਸਿੱਖ ਯੁੱਧ ਦੇ ਬਾਰੇ ਦੱਸੂੰਗੀ ਅਤੇ 2 ਆਪਣੀਆਂ ਜਿਹੜੀਆਂ ਸੰਧੀਆਂ ਹੋਈਆਂ ਸੀਗੀਆਂ ਲਾਹੌਰ ਦੀ ਸੰਧੀ 'ਤੇ, ਠੀਕ ਹੈ, ਉਹਦੇ ਬਾਰੇ ਆਪਾਂ ਲਾਹੌਰ ਦੀ ਸੰਧੀ ਬਾਰੇ ਆਪਾਂ ਜਾਣਾਂਗੇ। ਠੀਕ ਹੈ, ਸੋ ਪਹਿਲਾ ਐਂਗਲੋ ਯੁੱਧ ਕਦੋਂ ਹੋਇਆ ਸੀਗਾ? ਪਹਿਲਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ ਸੀ? 1845 ਤੋਂ ਲੈ ਕੇ 1846 ਤੱਕ। ਅਤੇ ਦੂਸਰਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ ਸੀ? 1848 ਤੋਂ ਲੈ ਕੇ 1849 ਤੱਕ। ਆਹ ਤੁਸੀਂ ਮਾਈਂਡ 'ਚ ਰੱਖਣਾ ਹੈ ਕਿ ਆਪਣੇ 2 ਐਂਗਲੋ ਸਿੱਖ ਯੁੱਧ ਹੋਏ ਸੀ। ਐਂਗਲੋ ਸਿੱਖ ਯੁੱਧ ਦਾ ਮਤਲਬ, ਐਂਗਲੋ ਤੋਂ ਮਤਲਬ ਅੰਗਰੇਜ਼, ਠੀਕ ਹੈ, ਅੰਗਰੇਜ਼ਾਂ ਨਾਲ ਅਤੇ ਸਿੱਖ ਨਾਲ ਕਿਹੜੇ ਯੁੱਧ ਹੋਏ ਸੀ। ਆਹ ਕੁਐਸਚਨ ਆਪਣਾ ਪਟਵਾਰੀ 'ਚ ਜ਼ਰੂਰ ਆਇਆ ਹੈ ਕਿ ਜਿਹੜਾ ਐਂਗਲੋ ਸਿੱਖ ਯੁੱਧ ਸੀ ਉਹ ਕਿਹਦੇ ਵਿਚਕਾਰ ਹੋਇਆ ਸੀਗਾ, ਅਤੇ ਆਪਸ਼ਨ ਦਿੱਤਾ ਹੋਇਆ ਸੀਗਾ ਸਿੱਖ ਰਾਜ ਅਤੇ ਅੰਗਰੇਜ਼ਾਂ ਵਿਚਕਾਰ। ਤਾਂ ਤੁਸੀਂ ਉਹ ਕਰੈਕਟ ਕਰਨਾ ਸੀਗਾ ਕਿ ਸਿੱਖ ਰਾਜ ਅਤੇ ਅੰਗਰੇਜ਼ਾਂ ਵਿਚਕਾਰ ਹੋਇਆ ਸੀਗਾ। ਠੀਕ ਹੈ, ਸੋ ਨੈਕਸਟ ਦੇਖਦੇ ਹਾਂ ਪਹਿਲੇ ਐਂਗਲੋ ਯੁੱਧ ਨੂੰ ਆਪਾਂ। ਠੀਕ ਆ, ਪਹਿਲਾ ਐਂਗਲੋ ਸਿੱਖ ਯੁੱਧ 1845 ਤੋਂ 1846 ਹੋਇਆ, ਅਤੇ ਹੁਣ ਵਿਸਤਾਰ ਰੂਪ ਵਿੱਚ ਉਹਨੂੰ ਜਾਣਦੇ ਹਾਂ। ਪਹਿਲਾ ਸਿੱਖ ਯੁੱਧ ਕਦੋਂ ਹੋਇਆ ਸੀ ਆਪਣਾ? ਇਹਦੇ ਕਿਹੜੇ ਪੁਆਇੰਟਸ ਨੇ, ਨੋਟ ਕਰ ਲਿਓ। 1845 ਤੋਂ ਲੈ ਕੇ 1846 ਵਿੱਚ ਹੋਇਆ ਸੀ ਇਹ ਯੁੱਧ। ਇਹਦੇ ਵਿੱਚ ਕਿੰਨੇ ਯੁੱਧ ਹੋਏ ਸੀ? ਇਹਦੇ ਵਿੱਚ ਆਪਣੇ ਕਿੰਨੇ ਯੁੱਧ ਹੋਏ ਸੀ? 5 ਯੁੱਧ ਹੋਏ ਸੀ, 5 ਲੜਾਈਆਂ ਹੋਈਆਂ ਸੀਗੀਆਂ। ਮੁਦਕੀ ਦੀ ਲੜਾਈ, ਫਿਰੋਜ਼ ਸ਼ਹਿਰ ਦੀ ਲੜਾਈ, ਬੱਦੋਵਾਲ ਦੀ ਲੜਾਈ, ਅਲੀਵਾਲ ਦੀ ਲੜਾਈ ਅਤੇ ਸਭਰਾਉਂ ਦੀ ਲੜਾਈ। ਆਹ 5 ਲੜਾਈਆਂ ਆਪਣੀਆਂ ਪਹਿਲੇ ਐਂਗਲੋ ਸਿੱਖ ਯੁੱਧ ਦੌਰਾਨ ਹੋਈਆਂ ਸੀਗੀਆਂ 1845 ਤੋਂ ਲੈ ਕੇ 1846 ਤੱਕ। ਠੀਕ ਆ ਜੀ, ਹੁਣ ਦੇਖੋ, ਹੁਣ ਇਹਨਾਂ 5 ਦੇ ਵਿੱਚੋਂ ਜਿਹੜੀਆਂ 4 ਸੀਗੀਆਂ ਉਹ ਤਾਂ ਕਿੰਨੇ ਜਿੱਤੀਆਂ ਸੀਗੀਆਂ? ਅੰਗਰੇਜ਼ਾਂ ਨੇ ਜਿੱਤੀਆਂ ਸੀ। ਬਸ ਇੱਕ ਜਿਹੜੀ ਬੱਦੋਵਾਲ ਦੀ ਲੜਾਈ ਸੀ ਉਹ ਆਪਣੇ ਸਿੱਖਾਂ ਨੇ ਜਿੱਤੀ ਸੀ। ਇਹ ਕੁਐਸਚਨ ਜ਼ਰੂਰ ਆ ਸਕਦਾ ਹੈ ਕਿ ਪਹਿਲੀ ਐਂਗਲੋ ਸਿੱਖ ਯੁੱਧ ਵਿੱਚ ਕਿਹੜੀ ਲੜਾਈ ਸਿੱਖਾਂ ਨੇ ਜਿੱਤੀ ਸੀ, ਅਤੇ ਕਿਹੜੀ ਜਿੱਤੀ ਸੀ? ਬੱਦੋਵਾਲ ਦੀ ਲੜਾਈ ਸਿੱਖਾਂ ਨੇ ਜਿੱਤੀ ਸੀ। ਠੀਕ ਹੈ, ਹੁਣ ਤੁਸੀਂ ਇਹਨਾਂ 5 ਨੂੰ ਥੋੜ੍ਹਾ ਜਿਹਾ ਲਰਨ ਕਰਨ ਲੱਗਿਆ ਵੀ ਕਨਫਿਊਜ਼ ਹੋਵੋਗੇ, ਅਤੇ ਉਹਦੀ ਥੋੜ੍ਹੀ ਜਿਹੀ ਤੁਸੀਂ ਆਪਦੇ ਵੱਲੋਂ ਟ੍ਰਿਕ ਬਣਾ ਸਕਦੇ ਹੋ। ਜਿੱਦਾਂ ਕਿ ਬਣਾ ਲਓ ਕਿ ਮੁਦਗੀ ਫਿਰੇ ਬੋਦੇ ਵਾਲੇ ਸ਼ਹਿਰ। ਠੀਕ ਹੈ, ਮੁਦਗੀ ਫਿਰੇ ਬੋਦੇ ਵਾਲੇ ਸ਼ਹਿਰ। ਮੁਦਗੀ ਤੋਂ ਮੁਦਗੀ ਦੀ ਲੜਾਈ, ਫਿਰੇ ਤੋਂ ਫਿਰੋਜ਼ ਸ਼ਹਿਰ ਦੀ ਲੜਾਈ, ਬੋਦੇ ਤੋਂ ਬੋਦੇਵਾਲ ਦੀ ਲੜਾਈ, ਬੋਦੇ ਤੋਂ ਬੋਦੇਵਾਲ ਦੀ ਲੜਾਈ, ਬੋਦੇ ਆਲੇ ਤੋਂ ਅਲੀਵਾਲ ਦੀ ਲੜਾਈ, ਅਤੇ ਸ਼ਹਿਰ ਤੋਂ ਸਭਰਾਉਂ ਦੀ ਲੜਾਈ। ਠੀਕ ਹੈ, ਮੁਦਗੀ ਫਿਰੇ ਬੋਦੇਵਾਲ ਦੀ ਲੜਾਈ, ਬੋਦੇ ਆਲੇ ਦੀ ਲੜਾਈ। ਠੀਕ ਹੈ, ਇੱਥੋਂ ਤੁਸੀਂ ਥੋੜ੍ਹਾ ਜਿਹਾ ਨਾ ਕਈ ਵਾਰ ਚੀਜ਼ਾਂ ਲਰਨ ਕਰਨ ਲਈ ਥੋੜ੍ਹਾ ਜਿਹਾ ਸ਼ੋਰਟ ਟ੍ਰਿਕਾਂ ਵੀ ਯੂਜ਼ ਕਰਨੀਆਂ ਪੈਂਦੀਆਂ ਨੇ। ਜ਼ਿਆਦਾ ਸ਼ੋਰਟ ਟ੍ਰਿਕਾਂ ਯੂਜ਼ ਕਰੋਗੇ ਤਾਂ ਤੁਸੀਂ ਕਨਫਿਊਜ਼ ਹੋਵੋਗੇ। ਕੰਸੈਪਚੁਅਲ ਚੱਲਿਆ ਕਰੋ, ਬਟ ਕਿਤੇ ਥੋੜ੍ਹੇ ਜਿਹੇ ਪੁਆਇੰਟਸ ਲਰਨ ਕਰ ਲੈਂਗੇ ਤੁਸੀਂ ਟ੍ਰਿਕਾਂ ਯੂਜ਼ ਕਰ ਸਕਦੇ ਹੋ। ਜਿੱਦਾਂ ਕਿ ਇੱਥੇ ਥੋੜ੍ਹੀ ਜਿਹੀ ਮੈਂ ਤੁਹਾਨੂੰ ਦੱਸੀ ਆ, ਮੁਦਗੀ ਫਿਰੇ ਬੋਦੇ ਵਾਲੇ ਸ਼ਹਿਰ, ਮੁਦਗੀ ਫਿਰੇ ਬੋਦੇ ਵਾਲੇ ਸ਼ਹਿਰ। ਇੱਥੋਂ ਤੁਸੀਂ ਲਰਨ ਕਰ ਸਕਦੇ ਹੋ 5 ਦੀਆਂ 5 ਲੜਾਈਆਂ, ਅਤੇ ਇੱਕ ਲੜਾਈ ਜਿਹੜੀ ਸੀ ਬੋਦੇਵਾਲ ਵਾਲੀ ਲੜਾਈ ਜਿਹੜੀ ਸੀ ਉਹ ਸਿੱਖਾਂ ਨੇ ਜਿੱਤੀ ਸੀ। ਠੀਕ ਆ, ਹੁਣ ਇਹਨਾਂ ਅਲੱਗ ਬਾਰੇ ਜਾਣਦੇ ਹਾਂ। ਮੁਦਗੀ ਦੀ ਲੜਾਈ ਕਦੋਂ ਹੋਈ ਸੀ? ਇਹ 18 ਦਸੰਬਰ 1845 ਵਿੱਚ ਹੋਈ ਸੀ। ਮੁਦਗੀ ਦੀ ਲੜਾਈ 18 ਦਸੰਬਰ 1845 ਵਿੱਚ ਹੋਈ ਸੀ, ਅਤੇ ਇਹਦੇ ਵਿੱਚ ਸਿੱਖਾਂ ਦੀ ਅਗਵਾਈ ਕਿਹਨੇ ਕੀਤੀ ਸੀ? ਲਾਲ ਸਿੰਘ ਨੇ ਕੀਤੀ ਸੀ। ਹੁਣ ਤੁਹਾਨੂੰ ਮੈਂ ਦੱਸਾਂ, ਜਿਹੜਾ ਲਾਲ ਸਿੰਘ ਸੀ ਨਾ, ਉਹ ਇੱਕ ਬਹੁਤ ਵੱਡਾ ਧੋਖੇਬਾਜ਼ ਸੀਗਾ। ਠੀਕ ਹੈ, ਮਹਾਰਾਜਾ ਦਲੀਪ ਸਿੰਘ ਸੀਗੇ। ਮਹਾਰਾਜਾ ਦਲੀਪ ਸਿੰਘ ਆਪਣੀ ਮਾਤਾ, ਮਹਾਰਾਜਾ ਦਲੀਪ ਸਿੰਘ ਨਾਬਾਲਿਗ ਸੀਗੇ, ਲੇਕਿਨ ਉਹਨਾਂ ਦੀ ਮਾਤਾ ਜਿੰਦਾ ਕੌਰ ਸੀ, ਉਹ ਉਹਨਾਂ ਦੀ ਅਗਵਾਈ ਕਰਦੇ ਸੀ। ਠੀਕ ਹੈ, ਉਹਨਾਂ ਦੀ ਅਗਵਾਈ 'ਚ ਸਾਰਾ ਕੁਛ ਹੁੰਦਾ ਸੀ ਉਹਨਾਂ ਦੇ ਰਾਜ ਦੇ ਵਿੱਚ। ਅਤੇ ਜਿਹੜੇ ਲਾਲ ਸਿੰਘ ਸੀਗੇ, ਮੰਨਿਆ ਜਾਂਦਾ ਕਿ ਉਹ ਥੋੜ੍ਹਾ ਜਿਹਾ ਗਲਤ ਨਜ਼ਰ ਰੱਖਦੇ ਸੀਗੇ, ਅਤੇ ਉਸ ਵਜ੍ਹਾ ਤੋਂ ਉਹਨਾਂ ਨੂੰ ਕੀ ਸੀਗਾ ਕਿ ਉਹ ਹੌਲੀ ਹੌਲੀ ਸ਼ਾਸਨ 'ਤੇ ਵੀ, ਸਿੱਖ ਰਾਜ 'ਤੇ ਵੀ ਕੀ ਕਰਨ, ਆਪਦਾ ਪ੍ਰਭਾਵ ਜ਼ਿਆਦਾ ਪਾਉਣਾ ਚਾਹੁੰਦੇ ਸੀਗੇ। ਠੀਕ ਹੈ, ਜਿੰਦਾ ਕੌਰ ਦੇ ਫੈਸਲਿਆਂ 'ਤੇ ਵੀ, ਅਤੇ ਤਾਂ ਕਰਕੇ ਉਹਨਾਂ ਨੇ ਕੀ ਕਰਿਆ ਸੀਗਾ, ਲੜਾਈ ਦੇ ਵਿੱਚ ਉਹੀ ਕੀ ਸੀਗੇ, ਆਪਣੀ ਸੈਨਾ ਦੇ ਪ੍ਰਮੁੱਖ ਸੀਗੇ, ਅਤੇ ਉਹਨਾਂ ਨੇ ਕੀ ਕੀਤਾ ਸੀਗਾ, ਅੰਗਰੇਜ਼ਾਂ ਨਾਲ ਹੱਥ ਮਿਲਾ ਲਿਆ ਸੀ। ਅੰਦਰੋਂ ਅੰਦਰੀ ਉਹਨਾਂ ਨਾਲ ਹੱਥ ਮਿਲਾਇਆ, ਅਤੇ ਅੰਦਰੋਂ ਅੰਦਰੀ ਆਪਾਂ ਨੂੰ ਮਤਲਬ ਧੋਖਾ
ਧੋਖੇ ਵਾਲਾ ਕੰਮ ਕੀਤਾ ਆਪਣੇ ਨਾਲ। ਤੇ ਸਿੱਖਾਂ ਦੀ ਅਗਵਾਈ ਕੌਣ ਕਰ ਰਹੇ ਸੀ? ਲਾਲ ਸਿੰਘ ਕਰ ਰਹੇ ਸੀਗੇ। ਹੁਣ ਤੁਹਾਨੂੰ ਪਤਾ ਹੀ ਆ, ਗਲਤ ਬੰਦਾ, ਗਦਾਰ ਬੰਦਾ ਆਪਣੀ ਅਗਵਾਈ ਹੀ ਗਲਦਾਰ ਬੰਦਾ ਕਰ ਰਿਹਾ ਤਾਂ ਆਪਾਂ ਯੁੱਧ ਥੋੜ੍ਹੀ ਜਿੱਤਾਂਗੇ, ਠੀਕ ਹੈ। ਤੇ ਅੰਗਰੇਜ਼ਾਂ ਦੀ ਅਗਵਾਈ ਕੌਣ ਕਰ ਰਿਹਾ ਸੀ? ਸਰ ਹਿਊਗ ਗੋ ਨੇ ਕਰੀ ਸੀ। ਇਹਨੂੰ ਹਿਊਗ ਗੋ ਵੀ ਲਿਖ ਸਕਦੇ ਹੋ ਜਾਂ ਹਿਊਂਗ ਗੋ ਵੀ ਲਿਖ ਸਕਦੇ ਹੋ, ਠੀਕ ਹੈ। ਦੋਨੋਂ ਹੀ ਕਰੈਕਟ ਨੇ, ਬਸ ਤੁਸੀਂ ਨਾਮ ਲਰਨ ਕਰਨਾ। ਤੇ ਆਪਾਂ ਇਹ ਲੜਾਈ ਹਾਰ ਗਏ ਸੀਗੇ, ਲਾਲ ਸਿੰਘ ਦੇ ਧੋਖੇ ਕਾਰਨ ਇਹ ਲੜਾਈ ਆਪਾਂ ਹਾਰ ਗਏ ਸੀਗੇ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਆ ਫਿਰੋਜ਼ ਸ਼ਹਿਰ ਦੀ ਲੜਾਈ। ਇਹ ਕਦੋਂ ਹੋਈ ਸੀ? ਇਹ ਹੋਈ ਸੀ 21 ਦਸੰਬਰ 1845 ਨੂੰ ਹੋਈ ਸੀ। ਇੱਥੇ ਸਿੱਖਾਂ ਦੀ ਅਗਵਾਈ ਕੌਣ ਕਰ ਰਹੇ ਸੀ? ਲਾਲ ਸਿੰਘ ਦੇ ਨਾਲ ਤੇਜਾ ਸਿੰਘ ਕਰ ਰਹੇ ਸੀ, ਠੀਕ ਹੈ। ਉਹਨਾਂ ਦਾ ਭੇਤ ਨਹੀਂ ਆਇਆ ਸੀ, ਹਾਲੇ ਤੱਕ ਲਾਲ ਸਿੰਘ ਦਾ ਕੋਈ ਭੇਤ ਨਹੀਂ ਆਇਆ ਸੀ, ਠੀਕ ਆ। ਬਟ ਉਹ ਵਿੱਚੋਂ ਵਿੱਚ ਧੋਖਾ ਦੇ ਰਹੇ ਸੀਗੇ ਸਿੱਖਾਂ ਨੂੰ, ਠੀਕ ਆ। ਤੇ ਅੰਗਰੇਜ਼ਾਂ ਦੀ ਅਗਵਾਈ ਕੌਣ ਕਰ ਰਹੇ ਸੀ? ਇਸ ਵਾਰ ਵੀ ਅੰਗਰੇਜ਼ਾਂ ਦੀ ਅਗਵਾਈ ਸਰ ਹਿਊਗ ਗੋ ਨੇ ਕੀਤੀ ਸੀਗੀ। ਤਾਂ ਆਹ ਲੜਾਈ ਵੀ ਜਿਹੜੇ ਸਿੱਖ ਸੀਗੇ ਉਹ ਕੀ ਸੀਗੇ? ਹਾਰ ਗਏ ਸੀ। ਅੰਗਰੇਜ਼ ਸੀ ਉਹ ਜਿੱਤ ਗਏ ਸੀ, ਠੀਕ ਆ। ਉਸ ਤੋਂ ਬਾਅਦ ਜਿਹੜੀ ਨੈਕਸਟ ਲੜਾਈ ਹੈ ਉਹ ਹੈ ਬੱਦੋਵਾਲ ਦੀ ਲੜਾਈ, ਠੀਕ ਹੈ। ਇਹ ਇੱਕੋ ਇੱਕ ਲੜਾਈ ਹੈ ਜਿਹੜੀ 5 ਲੜਾਈਆਂ ਦੇ ਵਿੱਚ ਸਿੱਖਾਂ ਨੇ ਜਿੱਤੀ ਸੀਗੀ, ਠੀਕ ਹੈ। ਔਰ ਉਹ ਜਿੱਤੀ ਵੀ ਕਿਉਂ ਸੀ? ਕਿਉਂਕਿ ਇਹਦੇ ਵਿੱਚ ਕੌਣ ਸੀ? ਇੱਕ ਸਹੀ ਬੰਦਾ ਸੀ, ਰਣਜੋਧ ਸਿੰਘ ਮਜੀਠੀਆ, ਠੀਕ ਹੈ। ਉਹ ਸੀਗਾ। ਬੱਦੋਵਾਲ ਦੀ ਲੜਾਈ ਕਦੋਂ ਹੋਈ ਸੀ? ਇਹ ਹੋਈ ਸੀ 21 ਜਨਵਰੀ 1846 ਵਿੱਚ ਹੋਈ ਸੀ। ਤੇ ਸਿੱਖਾਂ ਨੇ ਰਣਜੋਧ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਸਤਲੁਜ ਦਰਿਆ ਪਾਰ ਕਰਕੇ ਅੰਗਰੇਜ਼ਾਂ 'ਤੇ ਹਮਲਾ ਕੀਤਾ ਸੀਗਾ, ਠੀਕ ਹੈ। ਰਣਜੋਧ ਸਿੰਘ ਮਜੀਠੀਆ ਸੀਗੇ, ਉਹਨਾਂ ਨੇ ਵਧੀਆ ਲੀਡਰਸ਼ਿਪ ਕਰੀ ਸੀਗੀ, ਠੀਕ ਹੈ। ਤੇ ਅੰਗਰੇਜ਼ਾਂ ਦੀ ਅਗਵਾਈ ਕਿਹਨੇ ਕੀਤੀ ਸੀ? ਸਰ ਹੈਨਰੀ ਸਮਿਥ ਨੇ ਕੀਤੀ ਸੀ। ਤੇ ਔਰ ਇਹ ਇੱਕੋ ਇੱਕ ਲੜਾਈ ਹੈ ਜਿਹਦੇ ਵਿੱਚ ਕੀ ਹੋਈ ਸੀ? ਸਿੱਖਾਂ ਦੀ ਜਿੱਤ ਹੋਈ ਸੀ, ਠੀਕ ਹੈ ਜੀ। ਸੋ ਨੈਕਸਟ ਦੇਖਦੇ ਹਾਂ। ਇਹ ਤੁਸੀਂ ਲਰਨ ਰੱਖਣਾ ਹੈ, ਇਹ ਕੁਐਸਚਨ ਜ਼ਰੂਰ ਆ ਸਕਦਾ। ਇੰਪੋਰਟੈਂਟ ਪੁਆਇੰਟ ਆਏ ਕਿ ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ 5 ਲੜਾਈਆਂ ਵਿੱਚੋਂ ਕਿਹੜੀ ਲੜਾਈ ਸਿੱਖਾਂ ਨੇ ਜਿੱਤੀ ਸੀ? ਤੇ ਉਹ ਸੀਗੀ ਬੱਦੋਵਾਲ ਦੀ ਲੜਾਈ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਆਪਣੀ ਅਲੀਵਾਲ ਦੀ ਲੜਾਈ। ਇਹ ਕਦੋਂ ਹੋਈ ਸੀ? ਇਹ ਹੋਈ ਸੀ ਆਪਣੀ 18 ਜਨਵਰੀ 1846। ਅਲੀਵਾਲ ਦੀ ਲੜਾਈ 18 ਜਨਵਰੀ 1846 ਵਿੱਚ ਹੋਈ ਸੀ। ਇਹਦਾ ਕੌਣ ਕਰ ਰਿਹਾ ਸੀ ਅਗਵਾਈ? ਸਨ ਹੈਨਰੀ ਸਮਿਥ ਕਰ ਰਹੇ ਸੀਗੇ। ਤੇ ਇਹਨਾਂ ਨੇ ਕੀ ਕਰ ਦਿੱਤਾ ਸੀਗਾ? ਫਿਰੋਜ਼ਪੁਰ ਤੋਂ ਅਚਾਨਕ ਹਮਲਾ ਕਰ ਦਿੱਤਾ ਸੀਗਾ ਸਿੱਖਾਂ ਦੇ ਉੱਪਰ, ਠੀਕ ਆ। ਸੋ ਨੈਕਸਟ ਦੇਖਦੇ ਹਾਂ ਆਪਾਂ ਸਭਰਾਉਂ ਦੀ ਲੜਾਈ, ਠੀਕ ਹੈ। ਇਹ ਲਾਸਟ ਲੜਾਈ ਸੀ ਪਹਿਲੇ ਯੁੱਧ ਦੀ। ਇਸ ਤੋਂ ਬਾਅਦ ਆਪਣੀ ਲਾਹੌਰ ਦੀ ਸੰਧੀ ਹੋ ਗਈ ਸੀ, ਠੀਕ ਹੈ। ਔਰ ਇਹ ਮੇਨ ਲੜਾਈ ਸੀ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਨਾਸ਼ ਹੋਇਆ ਸੀਗਾ, ਜਾਨ ਮਾਲ ਦੀ ਸਭ ਤੋਂ ਜ਼ਿਆਦਾ ਹਾਨੀ ਹੋਈ ਸੀ, ਠੀਕ ਆ। ਤੇ ਇਹ ਕਦੋਂ ਹੋਈ ਸੀ? 18 ਫਰਵਰੀ 1846 ਵਿੱਚ ਹੋਈ ਸੀ। ਇਹ ਲੜਾਈ ਆਪਣੀ ਹੋਈ ਸੀ 10 ਫਰਵਰੀ 1846 ਵਿੱਚ ਇਹ ਲੜਾਈ ਹੋਈ ਸੀ। ਤੇ ਇਹਦੇ 'ਚ ਸਿੱਖਾਂ ਦੀ ਅਗਵਾਈ ਕੌਣ ਕਰ ਰਹੇ ਸੀ? ਲਾਲ ਸਿੰਘ ਕਰ ਰਹੇ ਸੀ, ਤੇਜਾ ਸਿੰਘ ਕਰ ਰਹੇ ਸੀ ਤੇ ਸ਼ਾਮ ਸਿੰਘ ਅਟਾਰੀਵਾਲ ਕਰ ਰਹੇ ਸੀਗੇ, ਠੀਕ ਹੈ। ਤੇ ਅੰਗਰੇਜ਼ਾਂ ਦੀ ਅਗਵਾਈ ਕੌਣ ਕਰ ਰਹੇ ਸੀ ਉਸ ਸਮੇਂ? ਸਰ ਹਿਊਗ ਗੋ ਨੇ ਕੀਤੀ ਸੀ ਤੇ ਹੈਨਰੀ ਹਾਰਡਿੰਗ ਨੇ ਕੀਤੀ ਸੀਗੀ, ਠੀਕ ਹੈ। ਤੇ ਸ਼ਾਮ ਸਿੰਘ ਅਟਾਰੀਵਾਲ ਬਹੁਤ ਹੀ ਬਹਾਦਰੀ ਵਾਲੇ ਸੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ। ਤੇ ਉਹ ਸ਼ਹੀਦ ਹੋ ਗਏ ਸੀ, ਠੀਕ ਹੈ। ਤੇ ਇਸ ਦੇ ਵਿੱਚ ਕਿੰਨੇ 320 ਅੰਗਰੇਜ਼ਾਂ ਦੀ ਮੌਤ ਹੋਈ ਸੀ ਤੇ 2085 ਅੰਗਰੇਜ਼ ਜ਼ਖਮੀ ਹੋ ਗਏ ਸੀ ਤੇ ਆਪਣੇ 3125 ਸਿੱਖ ਸ਼ਹੀਦ ਹੋ ਗਏ ਸੀ ਸਭਰਾਉਂ ਦੀ ਲੜਾਈ ਵਿੱਚ। ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ ਕਿ ਪਹਿਲੇ ਐਂਗਲੋ ਸਿੱਖ ਯੁੱਧ ਦੀ ਆਖਰੀ ਲੜਾਈ ਕਿਹੜੀ ਸੀਗੀ? ਉਹ ਸਭਰਾਉਂ ਦੀ ਲੜਾਈ ਸੀਗੀ, ਠੀਕ ਹੈ। ਇਹਦੇ ਵਿੱਚ 320 ਅੰਗਰੇਜ਼ ਮਾਰੇ ਗਏ ਸੀ, 2085 ਅੰਗਰੇਜ਼ ਜ਼ਖਮੀ ਹੋ ਗਏ ਸੀ, 3125 ਸਿੱਖ ਸ਼ਹੀਦ ਹੋ ਗਏ ਸੀ, ਠੀਕ ਹੈ। ਅੰਗਰੇਜ਼ਾਂ ਦਾ ਵੀ ਕਾਫੀ ਨੁਕਸਾਨ ਹੋਇਆ ਸੀ ਤੇ ਸਿੱਖਾਂ ਦਾ ਵੀ ਹੋਇਆ ਸੀ। 320 ਅੰਗਰੇਜ਼ਾਂ ਦੀ ਮੌਤ ਤੇ ਇਹ 3125 ਸਿੱਖਾਂ ਦੀ ਮੌਤ ਹੋਈ ਸੀ। ਸਿੱਖਾਂ ਦਾ ਜ਼ਿਆਦਾ ਨੁਕਸਾਨ ਹੋਇਆ ਸੀ ਕਿਉਂਕਿ ਆਪਾਂ ਹਾਰ ਰਹੇ ਸੀਗੇ, ਠੀਕ ਹੈ, ਯੁੱਧ ਦੇ ਵਿੱਚ, ਠੀਕ ਆ। ਤੇ ਇਹ ਤੁਸੀਂ ਇਹ 5 ਦੀਆਂ 5 ਲੜਾਈਆਂ ਨਾ ਤੁਹਾਡੇ ਮਾਈਂਡ 'ਚ ਹੋਣੀਆਂ ਚਾਹੀਦੀਆਂ, ਕਿਉਂਕਿ ਅਗਲਾ ਜਿਹੜਾ ਐਗਜ਼ਾਮੀਨਰ ਹੈ ਨਾ ਉਹ ਕਿੱਦਾਂ ਵੀ ਕੁਐਸਚਨ ਚੇਂਜ ਕਰ ਸਕਦਾ। ਉਹ ਤੁਹਾਨੂੰ ਆਪਸ਼ਨ ਦੇ ਦੂਗਾ, ਉਹ ਪੁੱਛ ਦੂਗਾ ਵੀ ਇਹ ਲੜਾਈ ਪਹਿਲੇ ਸਿੱਖ ਯੁੱਧ 'ਚ ਹੋਈ ਸੀ ਕਿ ਦੂਜੀ 'ਚ ਹੋਈ ਸੀ, ਜਾਂ ਤੁਹਾਨੂੰ 4-5 ਆਪਸ਼ਨ ਦੇ ਦੇਣਗੇ, ਕਹਿਣਗੇ ਇਹਨਾਂ 'ਚੋਂ ਕਿਹੜੀ ਲੜਾਈ ਪਹਿਲੇ 'ਚ ਹੋਈ ਸੀ ਜਾਂ ਇਹਨਾਂ 'ਚੋਂ ਕਿਹੜੀ ਦੂਸਰੇ 'ਚ ਹੋਈ ਸੀ, ਠੀਕ ਆ। ਤਾਂ ਤੁਸੀਂ ਲਰਨ ਰੱਖਣੀ ਹੈ। ਤੁਹਾਨੂੰ ਮੈਂ ਛੋਟੀ ਜਿਹੀ ਟ੍ਰਿਕ ਦੱਸਦੀ ਹਾਂ ਕਿ ਮੁਦਗੀ ਫਿਰੇ ਬੋਦੇ ਵਾਲੇ ਸ਼ਹਿਰ, ਮੁਦਗੀ ਫਿਰੇ ਬੋਦੇ ਵਾਲੇ ਸ਼ਹਿਰ ਤੋਂ ਤੁਸੀਂ ਲਰਨ ਕਰ ਸਕਦੇ ਹੋ 5 ਦੀਆਂ 5, ਠੀਕ ਹੈ। ਤੇ ਬੋਦੇਵਾਲ ਵਾਲੀ ਜਿਹੜੀ ਲੜਾਈ ਸੀ ਉਹ ਆਪਾਂ ਸਿੱਖਾਂ ਨੇ ਜਿੱਤੀ ਸੀ। ਇਹ ਇੱਕ ਪੁਆਇੰਟ ਮੇਨ ਜ਼ਰੂਰੀ ਯਾਦ ਰੱਖਿਓ। ਹੁਣ ਦੇਖੋ, ਹੁਣ ਇੱਥੋਂ ਤੱਕ ਆ ਗਏ ਆਪਾਂ, ਆਪਣਾ ਪਹਿਲਾ ਸਿੱਖ ਯੁੱਧ ਐਂਗਲੋ ਸਿੱਖ ਯੁੱਧ ਆਪਾਂ ਹਾਰ ਚੁੱਕੇ ਸੀਗੇ। 5 ਚੋਂ 4 ਹਾਰ ਗਏ ਤਾਂ ਹਾਰ ਹੀ ਗਏ ਆਪਾਂ, ਠੀਕ ਹੈ। ਉਸ ਤੋਂ ਬਾਅਦ ਕੀ ਹੋਇਆ? ਲਾਹੌਰ ਦੀ ਸੰਧੀ ਹੋਈ, ਠੀਕ ਹੈ, ਅੰਗਰੇਜ਼ਾਂ ਵਿਚਕਾਰ ਤੇ ਮਹਾਰਾਜਾ ਦਲੀਪ ਵਿਚਕਾਰ, ਠੀਕ ਹੈ। ਲਾਹੌਰ ਦੀ ਸੰਧੀ ਹੋਈ ਸੀ। ਕਦੋਂ ਹੋਈ ਸੀ? ਉਹ ਹੋਈ ਸੀ ਆਪਣੀ 9 ਮਾਰਚ 1846 ਵਿੱਚ। ਲਾਹੌਰ ਦੀ ਸੰਧੀ ਆਪਣੀ 9 ਮਾਰਚ 1846 ਵਿੱਚ ਹੋਈ ਸੀ। ਤੇ ਇਹ ਕੁਐਸਚਨ ਆਪਣਾ ਪਟਵਾਰੀ ਦੇ ਐਗਜ਼ਾਮ ਵਿੱਚ ਆਇਆ ਹੈ,
ਠੀਕ ਆ। ਦੇਖੋ ਹੁਣ ਜਿੱਦਾਂ ਦਾ ਐਗਜ਼ਾਮੀਨਰ ਥੋੜ੍ਹੇ ਜਿਹੇ ਕੁਐਸਚਨ ਪਾ ਰਹੇ, ਆਪਾਂ ਐਨਾਲਾਈਜ਼ ਕਰ ਸਕਦੇ ਹਾਂ ਕਿ ਇੱਦਾਂ ਦੇ ਕੁਐਸਚਨ ਇੰਪੋਰਟੈਂਟ ਨੇ। ਹਾਲਾਂਕਿ ਪਟਵਾਰੀ ਦਾ ਪੇਪਰ ਆਸਾਨ ਸੀਗਾ, ਬਟ ਕਈ ਕੁਐਸਚਨ ਐਵੇਂ ਦੇ ਹੈਗੇ ਸੀਗੇ ਕਿ ਜਿਹੜੇ ਆਪਾਂ ਵਧੀਆ ਤਰ੍ਹਾਂ ਪੜ੍ਹੇ ਹੋਣਗੇ ਆਪਾਂ ਫਿਰ ਹੀ ਕਰ ਸਕਦੇ ਹਾਂ, ਅਤੇ ਉਹਦੇ ਹੀ ਅਕੋਰਡਿੰਗ ਹੀ ਤੁਹਾਨੂੰ ਕੰਟੈਂਟ ਮਿਲੂਗਾ। ਛੋਟੇ ਛੋਟੇ ਟੌਪਿਕਸ ਮਿਲਿਆ ਕਰਨਗੇ ਡੇਲੀ ਦੇ, ਤੁਸੀਂ 15-20 ਮਿੰਟ ਦੀ ਵੀਡੀਓ ਲਾ ਕੇ ਤੁਸੀਂ ਕੀ ਕਰ ਸਕਦੇ ਹੋ, ਆਪਦੀ ਪ੍ਰੈਪਰੇਸ਼ਨ ਕਰ ਸਕਦੇ ਹੋ। ਠੀਕ ਹੈ, ਇੰਪੋਰਟੈਂਟ ਟੌਪਿਕ ਤੁਹਾਡੇ ਕਲੀਅਰ ਹੁੰਦੇ ਜਾਣਗੇ। ਠੀਕ ਆ। ਸੋ ਲਾਹੌਰ ਦੀ ਸੰਧੀ ਹੋਈ ਸੀ 9 ਮਾਰਚ 1846 ਵਿੱਚ ਹੋਈ ਸੀ। ਕਿਹਦੇ ਵਿਚਕਾਰ ਹੋਈ ਸੀ? ਗਵਰਨਰ ਜਨਰਲ ਲਾਰਡ ਹੈਸਟਿੰਗ ਅਤੇ ਮਹਾਰਾਜਾ ਪੰਜਾਬ ਨਾਲ। ਮਹਾਰਾਜਾ ਪੰਜਾਬ ਉਸ ਟਾਈਮ ਕੌਣ ਸੀਗੇ? ਦਲੀਪ ਸਿੰਘ ਸੀਗੇ। ਠੀਕ ਹੈ, ਉਸ ਸਮੇਂ ਕੀ ਹੋਇਆ ਸੀਗਾ ਕਿ ਮਹਾਰਾਜਾ ਦਲੀਪ ਸਿੰਘ ਤੇ ਨਾਬਾਲਗ ਸੀਗੇ, ਲੇਕਿਨ ਉਹਨਾਂ ਦੀ ਜਿਹੜੀ ਮਾਤਾ ਜਿੰਦਾ ਕੌਰ ਸੀ ਉਹ ਉਹਨਾਂ ਦੀ ਅਗਵਾਈ ਕਰ ਰਹੀ ਸੀ ਹਰ ਇੱਕ ਕੰਮ ਦੇ ਵਿੱਚ। ਠੀਕ ਆ, ਅਤੇ ਉਹਨਾਂ ਦੇ ਵਿੱਚ ਇੱਕ ਸੰਧੀ ਹੋਈ ਸੀ। ਕੀ ਸੰਧੀ ਹੋਈ ਸੀ? ਕਿ ਮਹਾਰਾਜਾ ਦਲੀਪ ਸਿੰਘ ਨੂੰ ਲਾਹੌਰ ਦਾ ਰਾਜਾ ਹੀ ਮੰਨਿਆ ਜਾਏਗਾ। ਠੀਕ ਹੈ, ਲੇਕਿਨ ਜਿਹੜਾ ਹੈਨਰੀ ਲਾਰੈਂਸ ਨਹੀਂ, ਉਹਨੂੰ ਲਾਹੌਰ ਵਿੱਚ ਤੈਨਾਤ ਕੀਤਾ ਜਾਵੇਗਾ। ਇੱਕ ਅੰਗਰੇਜ਼ੀ ਮਤਲਬ ਤੁਸੀਂ ਇਹ ਲਾ ਲਓ ਕਿ ਇੱਕ ਅੰਗਰੇਜ਼ ਤਾਂ ਉੱਥੇ ਤੈਨਾਤ ਕੀਤਾ ਹੀ ਗਿਆ ਸੀ ਲਾਹੌਰ ਦੇ ਵਿੱਚ। ਠੀਕ ਹੈ, ਹੁਣ ਜਿਹੜਾ ਇੰਨਾ ਨੁਕਸਾਨ ਹੋ ਗਿਆ ਸੀ ਐਂਗਲੋ ਸਿੱਖ ਯੁੱਧ 'ਚ, ਅੰਗਰੇਜ਼ਾਂ ਨੇ ਕੀ ਕਿਹਾ ਸੀਗਾ ਕਿ ਇਹ ਕਿਹਾ ਸੀਗਾ ਕਿ ਤੁਸੀਂ 1.5 ਮਿਲੀਅਨ ਜੁਰਮਾਨਾ ਭਰੋ। ਅੰਗਰੇਜ਼ਾਂ ਨੇ ਸਿੱਖਾਂ ਨੂੰ ਕਿਹਾ ਸੀਗਾ ਕਿ ਤੁਸੀਂ 1.5 ਮਿਲੀਅਨ ਜੁਰਮਾਨਾ ਭਰੋ, ਜਿਹੜਾ ਇੰਨਾ ਨੁਕਸਾਨ ਹੋਇਆ ਆ। ਹੁਣ ਜਿਹੜੇ ਆਪਣੇ ਸਿੱਖ ਸੀਗੇ, ਹੁਣ ਉਹਨਾਂ ਕੋਲ ਤਾਂ ਇੰਨਾ ਪੈਸਾ ਹੈ ਨਹੀਂ ਸੀਗਾ, ਉਹ ਕਿੱਥੋਂ ਭਰਦੇ? ਫਿਰ ਅੰਗਰੇਜ਼ਾਂ ਨੇ ਉਹਨਾਂ ਨੂੰ ਰਾਹ ਵੀ ਦਿੱਤਾ। ਅੰਗਰੇਜ਼ਾਂ ਨੇ ਇੱਕ ਬੰਦਾ ਸੀਗਾ ਗੁਲਾਬ ਸਿੰਘ, ਉਹਨਾਂ ਨੂੰ ਕੀ ਕਿਹਾ? ਸਿੱਖਾਂ ਨੂੰ ਕਿਹਾ ਕਿ ਤੁਸੀਂ ਕੀ ਆ, ਜੰਮੂ ਅਤੇ ਕਸ਼ਮੀਰ ਦਾ ਰਾਜ ਦੇ ਦਿਓ, ਇਹਦੇ ਬਦਲੇ ਗੁਲਾਬ ਸਿੰਘ 75 ਲੱਖ ਰੁਪਏ ਭਰ ਦੂਗਾ, ਅਤੇ ਉਹ 75 ਲੱਖ ਅਸੀਂ ਰੱਖ ਲਾਂਗੇ। ਜਿਹੜਾ ਤੁਹਾਨੂੰ ਜੁਰਮਾਨਾ ਅਸੀਂ ਭਰਿਆ ਅਸੀਂ ਗੁਲਾਬ ਸਿੰਘ ਤੋਂ ਲੈ ਲਾਂਗੇ, ਅਤੇ ਤੁਸੀਂ ਗੁਲਾਬ ਸਿੰਘ ਨੂੰ ਕੀ ਦੇ ਦਿਓ? ਜੰਮੂ ਅਤੇ ਕਸ਼ਮੀਰ ਦਾ ਰਾਜ ਦੇ ਦਿਓ। ਠੀਕ ਹੈ, ਅਤੇ ਉਹਨਾਂ ਨੂੰ ਗੁਲਾਬ ਸਿੰਘ ਨੂੰ ਕਦੋਂ ਦੇਤਾ ਸੀਗਾ? ਮਾਰਚ 16 1846 ਨੂੰ। ਠੀਕ ਹੈ, ਇਹ ਕੁਐਸਚਨ ਵੀ ਇੰਪੋਰਟੈਂਟ ਆ ਸਕਦਾ ਆ ਵੀ ਲਾਹੌਰ ਦੀ ਸੰਧੀ ਤੋਂ ਬਾਅਦ ਜੰਮੂ ਐਂਡ ਕਸ਼ਮੀਰ ਦਾ ਹਿੱਸਾ ਕਿਹਨੂੰ ਦਿੱਤਾ ਸੀਗਾ? ਗੁਲਾਬ ਸਿੰਘ ਜੀ ਨੂੰ ਦਿੱਤਾ ਸੀਗਾ। ਠੀਕ ਆ, 1 ਕਰੋੜ ਪਿੱਛੋਂ 1 ਕਰੋੜ ਮਤਲਬ ਆ ਨਾ ਥੋੜ੍ਹਾ ਜਿਹਾ ਪੁਆਇੰਟ ਉਹ ਆ, ਕਿਤੇ ਆ ਜਾਂਦਾ 75 ਲੱਖ, ਕਿਤੇ ਆ ਜਾਂਦਾ 1 ਕਰੋੜ, ਅਤੇ ਤੁਸੀਂ ਐਂ ਲਾ ਲਓ ਕਿ 1 ਕਰੋੜ ਦੇ ਕਰੀਬ ਲਾਉਣਾ ਹੈ। ਠੀਕ ਹੈ, ਕਰੈਕਟ। ਠੀਕ ਹੈ, ਅਤੇ ਮੈਂ 2 ਬੁੱਕਾਂ 'ਚੋਂ ਪੜ੍ਹਿਆ, ਬਟ ਫਿਰ ਵੀ ਮੈਂ ਕਨਫਿਊਜ਼ ਸੀ ਖੁਦ, ਫਿਰ ਮੈਂ 1 ਕਰੋੜ ਲਿਖਤਾ, ਬਟ ਮੈਂ ਸੋਚਿਆ ਤੁਹਾਨੂੰ ਦੱਸ ਵੀ ਦਊਂਗੀ, ਤਾਂ ਤੁਸੀਂ ਦੋਨੇ ਹੀ ਰੱਖਣੇ ਆ ਮਾਈਂਡ 'ਚ, 75 ਲੱਖ ਅਤੇ 1 ਕਰੋੜ। ਠੀਕ ਹੈ, ਅਤੇ ਜੰਮੂ ਕਸ਼ਮੀਰ ਦਾ ਹਿੱਸਾ ਉਹਨੂੰ ਗੁਲਾਬ ਸਿੰਘ ਨੂੰ ਦੇ ਦਿੱਤਾ ਸਿੱਖਾਂ ਨੇ। ਕਦੋਂ ਦਿੱਤਾ? 16 ਮਾਰਚ 1846 ਵਿੱਚ। ਠੀਕ ਹੈ, ਉਸ 1.5 ਮਿਲੀਅਨ ਜੁਰਮਾਨੇ ਬਦਲੇ। ਅੰਗਰੇਜ਼ਾਂ ਨੇ ਇੱਕ ਬਹੁਤ ਚਾਲ ਖੇਡੀ ਆ, ਬਹੁਤ ਜ਼ਿਆਦਾ ਚਾਲ ਖੇਡੀ ਆ ਸਿੱਖਾਂ ਨਾਲ। ਠੀਕ ਹੈ, ਸੋ ਇਹ ਸੀਗੀ ਆਪਣੀ ਲਾਹੌਰ ਦੀ ਸੰਧੀ। ਠੀਕ ਹੈ, ਇਹਦੇ ਵਿੱਚ ਲਾਹੌਰ ਦੀ ਸੰਧੀ 'ਚ ਕੀ ਸੀਗਾ? ਮੇਨਲੀ ਤਾਂ ਉਹਨੂੰ ਰਾਜਾ ਮੰਨਿਆ ਜਾਊਗਾ। ਠੀਕ ਹੈ, ਦੂਜਾ ਇਹਦੇ 'ਚ ਕੀ ਸੀਗਾ? ਆਪਣੇ 'ਤੇ ਜੁਰਮਾਨਾ ਲਾਤਾ, ਅਤੇ 1 ਕਰੋੜ ਪਿੱਛੋਂ ਕੀ ਆ, ਜੰਮੂ ਕਸ਼ਮੀਰ ਦਾ ਹਿੱਸਾ ਲੈ ਲਿਆ, ਗੁਲਾਬ ਸਿੰਘ ਨੂੰ ਦੇਤਾ, ਅਤੇ ਗੁਲਾਬ ਸਿੰਘ ਨੇ ਉਹਨਾਂ ਨੂੰ ਪੈਸੇ ਦੇਤੇ। ਠੀਕ ਹੈ, ਗੁਲਾਬ ਸਿੰਘ ਦੀ ਵੀ ਥੋੜ੍ਹੀ ਜਿਹੀ ਹਿਸਟਰੀ ਆਪਾਂ ਪੜ੍ਹਾਂਗੇ ਆਉਣ ਵਾਲੀ ਵੀਡੀਓ 'ਚ, ਮੈਂ ਤੁਹਾਨੂੰ ਦੱਸੂੰਗੀ ਜ਼ਰੂਰ। ਠੀਕ ਹੈ, ਅਤੇ ਹੈਨਰੀ ਲਾਰੈਂਸ ਨੂੰ ਤੈਨਾਤ ਕੀਤਾ ਗਿਆ, ਅੰਗਰੇਜ਼ੀ ਸ਼ਾਸਕ ਸੀਗਾ ਉਹਨੂੰ ਅੱਗੇ ਤੈਨਾਤ ਕੀਤਾ ਗਿਆ ਲਾਹੌਰ ਦੇ ਵਿੱਚ। ਠੀਕ ਆ, ਸੋ ਨੈਕਸਟ ਆਪਣੀ ਲਾਸਟ, ਇਸ ਤੋਂ ਬਾਅਦ ਦੂਜੀ ਕਿਹੜੀ ਸੰਧੀ ਹੋਈ ਸੀ ਭੈਰੋਵਾਲ ਦੀ ਸੰਧੀ। ਠੀਕ ਹੈ, 2 ਸੰਧੀਆਂ ਹੋਈਆਂ ਸੀ ਐਂਗਲੋ ਸਿੱਖ ਯੁੱਧ ਤੋਂ ਬਾਅਦ, ਲਾਹੌਰ ਦੀ ਸੰਧੀ ਅਤੇ ਭੈਰੋਵਾਲ ਦੀ ਸੰਧੀ। ਭੈਰੋਵਾਲ ਦੀ ਸੰਧੀ ਆਪਣੀ ਕਦੋਂ ਹੋਈ ਸੀ? 22 ਦਸੰਬਰ 1846 ਵਿੱਚ ਹੋਈ ਸੀ। ਅਤੇ ਲਾਹੌਰ ਦੀ ਸੰਧੀ ਕਦੋਂ ਹੋਈ ਸੀ? 9 ਮਾਰਚ 1846 ਵਿੱਚ, ਅਤੇ ਸਾਲ ਦੇ ਐਂਡ ਵਿੱਚ 22 ਦਸੰਬਰ 1846 ਵਿੱਚ ਭੈਰੋਵਾਲ ਦੀ ਸੰਧੀ ਹੋ ਗਈ ਸੀ। ਠੀਕ ਹੈ, ਹੁਣ ਕਿਉਂ ਹੋਈ ਸੀ ਸੰਧੀ? ਹੁਣ ਜਿਹੜੀ ਲਾਹੌਰ ਦੀ ਸੰਧੀ ਹੋਈ ਸੀ ਉਹਦੇ ਵਿੱਚ ਹੁਣ ਆਪਣਾ ਜੰਮੂ ਕਸ਼ਮੀਰ ਸੀਗਾ ਉਹ ਆਪਣੇ ਤੋਂ ਖੋਹ ਲਿਆ ਗਿਆ ਸੀਗਾ, ਹੈ ਨਾ, ਇੱਕ ਹਿਸਾਬ ਦਾ ਖੋਹ ਲਿਆ ਸੀਗਾ। ਇਸ ਵਜ੍ਹਾ ਤੋਂ ਜਿਹੜੇ ਸਿੱਖ ਸੀਗੇ ਬਹੁਤ ਜ਼ਿਆਦਾ ਨਾਰਾਜ਼ ਸੀਗੇ। ਜਿਹੜੀ ਰਾਣੀ ਜਿੰਦਾ ਸੀ ਉਹ ਵੀ ਕਾਫੀ ਨਾਰਾਜ਼ ਸੀ, ਉਹ ਵੀ ਆਪਦੀ ਕਾਫੀ ਨਿਰਾਸ਼ਾ ਵਿਖਾਉਂਦੀ ਸੀਗੀ ਇਸ ਸੰਧੀ ਦੇ ਉੱਪਰ। ਅਤੇ ਅੰਗਰੇਜ਼ਾਂ ਨੇ ਕੀ ਕੀਤਾ? ਚਾਲ ਖੇਡੀ, ਅੰਗਰੇਜ਼ਾਂ ਨੇ ਰਾਣੀ ਜਿੰਦਾ ਨੂੰ ਹੀ ਉੱਥੋਂ ਹਟਾ ਦਿੱਤਾ। ਠੀਕ ਹੈ, ਭੈਰੋਵਾਲ ਦੀ ਸੰਧੀ ਕਰਕੇ ਅੰਗਰੇਜ਼ਾਂ ਨੇ ਉਹਨੂੰ ਰਾਣੀ ਜਿੰਦਾ ਨੂੰ ਉੱਥੋਂ ਹਟਾਤਾ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਤੇ ਨਾਬਾਲਿਗ ਸੀ। ਉਹਨਾਂ ਨੇ ਕਿਹਾ ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਬਾਲਿਕ ਨਹੀਂ ਹੁੰਦੇ ਉਦੋਂ ਤੱਕ ਕੀ ਹੈ ਉੱਥੇ ਰੀਜੈਂਸੀ ਦੀ ਕਾਉਂਸਿਲ ਬਣੂਗੀ। ਠੀਕ ਹੈ, ਇੱਕ ਸਭਾ ਬਣੂਗੀ, ਰੀਜੈਂਸੀ ਦੀ ਕਾਉਂਸਿਲ ਬਣੂਗੀ, ਜਿਹਦੇ ਵਿੱਚ ਕੀ ਹੈ 8 ਸਿੱਖ ਸਰਦਾਰ ਰੱਖਾਂਗੇ। ਅਤੇ ਜਿਹੜਾ ਆਪਣਾ ਮੈਂ ਤੁਹਾਨੂੰ ਦੱਸਿਆ ਸੀ ਨਾ ਹੈਨਰੀ ਲਾਰੈਂਸ ਰੱਖਿਆ ਗਿਆ ਸੀ, ਤੈਨਾਤ ਕੀਤਾ ਗਿਆ ਸੀ, ਉਹਨਾਂ ਨੇ ਪਹਿਲਾਂ ਹੀ ਸੋਚ ਕੇ ਰੱਖਿਆ ਸੀਗਾ ਕਿ ਅੱਗੇ ਜਾ ਕੇ ਲਾਹੌਰ ਇਹਦੇ ਕਬਜ਼ੇ 'ਚ ਦੇਵਾਂਗੇ, ਅਤੇ ਉਹਨਾਂ ਨੇ ਉਹੀ ਕੰਮ ਕੀਤਾ। ਉਹਦੇ ਵਿੱਚ ਅੰਗਰੇਜ਼ ਸ਼ਾਸਕ ਹੈਨਰੀ ਲਾਰੈਂਸ ਨੂੰ ਵੀ ਇਨਵੋਲਵ ਰੱਖਿਆ, ਸ਼ਾਮਿਲ ਰੱਖਿਆ। ਠੀਕ ਹੈ, ਅਤੇ ਉਸ ਰੀਜੈਂਸੀ ਦੀ ਕਾਉਂਸਿਲ ਵਿੱਚ 8 ਸਿੱਖ ਸਰਦਾਰ ਰੱਖਤੇ, ਅੰਗਰੇਜ਼ ਸ਼ਾਸਕ ਹੈਨਰੀ ਲਾਰੈਂਸ ਰੱਖਤਾ, ਅਤੇ ਮਹਾਰਾਣੀ ਜਿੰਦਾ ਕੌਰ ਨੂੰ ਹਟਾਤਾ। ਹੁਣ ਮਹਾਰਾਜਾ ਦਲੀਪ ਸਿੰਘ ਜੀ ਸੀਗੇ ਉਹ ਤਾਂ ਸੀਗੇ
ਨਾਬਾਲਿਗ ਸੀਗੇ, ਠੀਕ ਹੈ, ਉਹਨਾਂ ਦੀ ਅਗਵਾਈ ਉਹ ਕਰਦੇ ਸੀ ਤੇ ਉਹਨਾਂ ਨੂੰ ਹੀ ਹਟਾ ਦਿੱਤਾ, ਠੀਕ ਹੈ। ਇਹ ਆਪਣੀਆਂ 2 ਸੰਧੀਆਂ ਹੋਈਆਂ ਸੀ, ਲਾਹੌਰ ਦੀ ਸੰਧੀ ਅਤੇ ਪੈਰੋਵਾਲ ਦੀ ਸੰਧੀ, ਠੀਕ ਹੈ। ਇਹ ਤੁਸੀਂ ਆਪਣੇ ਮਾਇੰਡ 'ਚ ਰੱਖਣੀਆਂ ਨੇ ਜ਼ਰੂਰ। ਇਹ ਆਪਣੇ ਪਹਿਲੇ ਐਂਗਲੋ ਸਿੱਖ ਯੁੱਧ ਦੀ ਮੈਂ ਤੁਹਾਨੂੰ ਸਾਰੀ ਡਿਟੇਲ ਦਿੱਤੀ ਆ, ਅਤੇ ਜਿਹੜਾ ਦੂਜਾ ਐਂਗਲੋ ਸਿੱਖ ਯੁੱਧ ਆ ਉਹ ਮੈਂ ਤੁਹਾਨੂੰ ਕੱਲ੍ਹ ਦੀ ਵੀਡੀਓ 'ਚ ਦੱਸੂੰਗੀ, ਉਹਦੇ 'ਚ ਕਲੀਅਰ ਕਰੂੰਗੀ ਇੰਪੋਰਟੈਂਟ, ਠੀਕ ਹੈ। ਆ ਜਿਹੜਾ ਤੁਸੀਂ PDF ਆ ਇਹਦਾ ਮਤਲਬ ਤੁਹਾਨੂੰ PDF ਮਿਲ ਜੂਗੀ ਜੇ ਤੁਸੀਂ ਟੈਲੀਗ੍ਰਾਮ ਚੈਨਲ ਆ ਉਹਦਾ ਡਿਸਕ੍ਰਿਪਸ਼ਨ 'ਚ ਮਿਲ ਜੂਗਾ, ਉੱਥੋਂ ਤੁਸੀਂ ਇਹਦੀ PDF ਲੈ ਸਕਦੇ ਹੋ ਕੰਟੈਂਟ ਦੀ, ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਲਰਨ ਕਰ ਸਕਦੇ ਹੋ। ਇੰਪੋਰਟੈਂਟ ਟੋਪਿਕਸ ਹੀ ਮਿਲਣਗੇ, ਔਰ ਕੁਐਸਚਨ ਜ਼ਰੂਰ ਆਇਆ ਕਰਨਗੇ ਜਿਹੜੇ ਤੁਹਾਨੂੰ ਟੋਪਿਕ ਕਰਵਾਏ ਜਾਣਗੇ, ਕਿਉਂਕਿ ਮੇਨ ਟੋਪਿਕ ਇਹ ਚੱਕ ਰਹੇ ਆ, ਜਿਹੜੇ ਆਪਣੇ ਐਗਜ਼ਾਮਸ ਹੁਣ ਹੋ ਰਹੇ ਨੇ ਨਾ ਉਹਦੇ ਹਿਸਾਬ ਨਾਲ ਹੀ ਤੁਹਾਨੂੰ ਕਰਾਇਆ ਜਾ ਰਿਹਾ। ਸੋ ਪਲੀਜ਼ ਵੀਡੀਓ ਨੂੰ ਨਾ ਲਾਈਕ ਕਰ ਦਿਆ ਕਰੋ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਆ ਕਰੋ, ਅਤੇ ਡੇਲੀ ਤੁਹਾਨੂੰ ਨਵੇਂ ਤੋਂ ਨਵਾਂ ਕੰਟੈਂਟ ਮਿਲੂਗਾ। ਹੋਪ ਆ ਤੁਹਾਨੂੰ ਸਮਝ ਆ ਗਿਆ ਹੋਊਗਾ ਵਧੀਆ ਤਰ੍ਹਾਂ, ਅਤੇ ਆਪਣਾ ਪਹਿਲਾ ਐਂਗਲੋ ਸਿੱਖ ਯੁੱਧ ਦੇ ਜਿਹੜੇ ਮੇਨ ਪੁਆਇੰਟਸ ਮੈਂ ਤੁਹਾਨੂੰ ਦੱਸੇ ਨੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ, ਉਹ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਤੁਸੀਂ ਵਧੀਆ ਤਰ੍ਹਾਂ ਆਪਦੇ ਐਗਜ਼ਾਮ ਦੀ ਤਿਆਰੀ ਕਰੋ, ਠੀਕ ਆ। ਥੈਂਕ ਯੂ ਸੋ ਮਚ।